ਸੱਚੀ ਗੱਲ ਆ ਪ੍ਰਧਾਨ ਜੀ ਨੂੰ ਉਠਾਓ ਵੀ ਤੈਨੂੰ ਨਾ ਪਤਾ ਜੀ ਕਾਕਾ ਹਾਂ ਲੋ ਜੀ ਤੈਨੂੰ ਨਾ ਪਤਾ ਜੀ ਬਿੱਟੂ ਤੋਂ ਪਹਿਲਾਂ ਰਾਜੂ ਕਿੱਥੇ ਆਇਆ ਇੱਕ ਸ਼੍ਰੋਮਣੀ ਅਕਾਲੀ ਦਲ ਹੈ ਜਿੱਥੇ ਪਾਰਟੀ 'ਚ ਇੱਕ ਹੈ ਪ੍ਰਧਾਨ ਦੀ ਗੱਲ ਕਹੀ ਨੂੰ ਹਰ ਬੰਦਾ ਮੰਨਦਾ ਹੈ ਕਿਤੇ ਵੀ ਕੰਟਰੋਵਰਸੀਅਲ ਨਹੀਂ ਕਿ ਕੋਈ ਬੰਦਾ ਕਹੇਗਾ ਉਸ ਸਰਕਾਰ ਦੇ ਵਿੱਚ ਮਿਨਿਸਟਰ ਸੀਗੇ ਪਰ ਕਿਉਂਕਿ ਪਿੱਛੇ ਅਨਾਉਂਸ ਕਰਨਾ ਬਹੁਤ ਸੌਖਾ ਹੁੰਦਾ ਹੈ ਜਿਹੜੇ ਹੁਣ ਅਨਾਉਂਸਮੈਂਟਾਂ ਹੋ ਰਹੀਆਂ ਨੇ ਇਹ ਬਹੁਤ ਸੌਖਾ ਕੰਮ ਹੈ ਕਿ ਨਾ ਕੋਈ ਦੇਣਾ ਨਾ ਕੋਈ ਲੈਣਾ ਬਿਜਲੀ ਬਿੱਲਾਂ ਦੀ ਗੱਲ ਹੋਈ ਕਿ ਕੋਈ ਪੈਸਾ ਬਿਜਲੀ ਬੋਰਡ ਨੂੰ ਵੀ ਗਿਆ ਕਿ ਆਪਾਂ ਉਹਨਾਂ ਦਾ ਜਿਹੜਾ ਡੈਫੀਸਿਟ ਹੈ ਉਹ ਪੂਰਾ ਕਰ ਦਈਏ ਇੱਕ ਅਨਾਉਂਸਮੈਂਟ ਹੀ ਹੈ ਸਰਕਾਰ ਦੀ ਇੱਕ ਅਨਾਉਂਸਮੈਂਟ ਹੈ ਅਨਾਉਂਸਮੈਂਟ ਤੋਂ ਵੱਧ ਕੁਝ ਵੀ ਹੈ ਨਹੀਂ ਸੋ ਇਹ ਜਿਹੜੇ ਡਰਾਮੇਬਾਜ਼ੀ ਹੈ ਇਹਨਾਂ ਦੀ ਜੋ ਤੁਸੀਂ ਦੇਖਿਆ ਸੁਖਬੀਰ ਸਿੰਘ ਬਾਦਲ ਨੇ 2.5 ਲੱਖ ਬੰਦਾ ਭਰਤੀ ਕੀਤਾ 10 ਸਾਲ ਦੇ ਵਿੱਚ ਔਰ ਆਪਣੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਕਿੰਨੀ ਭਰਤੀ ਹੋਈ ਹੈ ਇੱਕ ਬੰਦਾ ਇਹ ਨਹੀਂ ਕਹਿੰਦਾ ਮੇਰਾ 1 ਰੁਪਿਆ ਦੇ ਕੇ ਲੱਗਿਆ ਹੋਵੇ ਸਾਰੀ ਇਮਾਨਦਾਰੀ ਤੇ ਦਿਆਨਦਾਰੀ ਦੇ ਨਾਲ ਪੂਰੀ ਮੈਟ ਦੇ ਉੱਤੇ ਭਰਤੀ ਹੋਈ ਸੀ ਕੀ ਰਣਨੀਤੀ ਰਹੇਗੀ ਜੀ ਆਉਣ ਵਾਲੇ ਟਾਈਮ ਦੇ ਵਿੱਚ ਕਿਉਂਕਿ ਇਲੈਕਸ਼ਨ ਜਿਹੜੀਆਂ ਦੇਖੋ ਰਣਨੀਤੀ ਸਾਡੀ ਇਹੀ ਹੈ ਗੁਰੂ ਮਹਾਰਾਜ ਦਾ ਵੋਟ ਆਸਰਾ ਲੈਣਾ ਤੇ ਆਪਣੀ ਡਿਵੈਲਪਮੈਂਟ ਦੇ ਸਿਰ ਤੇ ਆਪਣੇ ਕੰਮਾਂ ਦੇ ਸਿਰ ਤੇ ਜੋ ਕੰਮ ਸ਼੍ਰੋਮਣੀ ਅਕਾਲੀ ਦਲ ਨੇ ਕੀਤੇ ਨੇ ਅੱਜ ਤੁਸੀਂ ਨਿਗਾਹ ਮਾਰ ਕੇ ਦੇਖੋ ਕਿ ਕਿੰਨੀਆਂ ਯਾਦਗਾਰਾਂ ਬਣੀਆਂ ਨੇ ਕਿੰਨੇ ਸੜਕਾਂ ਬਣੀਆਂ ਨੇ ਕਿੰਨੇ ਪਿੰਡਾਂ ਦੇ ਵਿੱਚ ਡਿਵੈਲਪਮੈਂਟ ਹੋਈ ਹੈ ਤੇ ਕਿੰਨਾ ਸ਼ਹਿਰਾਂ ਦੇ ਵਿੱਚ ਡਿਵੈਲਪਮੈਂਟ ਹੋਈ ਹੈ ਤੁਸੀਂ ਆਪ ਨਿਗਾਹ ਮਾਰ ਕੇ ਦੇਖ ਲਓ ਮੇਰਾ ਖਿਆਲ ਹੈ ਵੀ ਜੋ ਕੰਮ 70 ਸਾਲ ਦੇ ਵਿੱਚ ਕਾਂਗਰਸ ਨੇ ਨਹੀਂ ਕੀਤਾ ਹੈ ਉਹ 10 ਸਾਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਸ਼ੁਰੂ ਕੀਤਾ ਪਰ ਉਹਨਾਂ ਨੇ ਇਸ ਨਾਲ ਸਲਾਹ ਕਰਕੇ ਬੇਨਤੀ ਕੀਤੀ ਕਿ ਵੀ ਆਪਾਂ ਬਰਾੜ ਸਾਹਿਬ ਨੂੰ ਤਕੜੇ ਕੈਂਡੀਡੇਟ ਨੇ ਉਹਨੂੰ ਟਿਕਟ ਦੇ ਇਹ ਸੰਵਿਧਾਨ 'ਚ ਕਿਤੇ ਨਹੀਂ ਲਿਖਿਆ ਵੀ ਇੱਕ 2 ਟਿਕਟਾਂ 'ਚ ਜੇ ਕੋਈ ਮੈਟ ਤੇ ਆਉਂਦਾ ਹੈ ਤਾਂ ਅਸੀਂ 2 ਟਿਕਟਾਂ ਵੀ ਦੇ ਦਿੰਦੇ 3 ਵੀ ਆ ਸਕਦੀਆਂ ਨੇ ਜੋ ਕਿਤੇ ਇਹ ਮੈਟ ਦੀ ਗੱਲ ਹੈ ਜਿੱਥੇ ਜਿੱਥੇ ਆਹ ਬੱਚੇ ਬੈਠੇ ਨੇ ਇਹਨਾਂ ਦੀ ਕਿਹੜਾ ਕੋਈ ਇਦਾਂ ਦੀ ਗੱਲ ਸੀ ਪਰ ਦੇਖਿਆ ਵੀ ਮੈਟ ਦੇ ਉੱਤੇ ਕੰਮ ਕਰਦੇ ਨੇ ਇਹਨਾਂ ਨੇ ਕੰਮ ਕੀਤਾ ਤੇ ਆਪਾਂ ਇਹਨਾਂ ਨੂੰ ਅੱਗੇ ਲੈ ਕੇ ਆਉਣਾ ਇਹਦੇ ਕੋਈ ਇਹੋ ਜਿਹੀ ਗੱਲ ਨਹੀਂ ਹੈ ਕਿ ਵੀ 1 ਹੈ 2 ਨੇ 4 ਨੇ 6 ਨੇ ਇਹੋ ਜਿਹੀ ਕੋਈ ਗੱਲ ਹੈ ਨਹੀਂ ਉੱਥੇ ਵੀ ਮਲੂਕਾ ਸਾਹਿਬ ਨਾਲ ਸਲਾਹ ਕਰਕੇ ਕੀਤਾ ਸੀਗਾ ਕਿ ਵੀ ਤੁਸੀਂ ਦੇਖਿਆ ਵੀ ਮਲੂਕਾ ਸਾਹਿਬ ਹੁਣ ਕੱਲ੍ਹ ਵੀ ਇੱਥੇ ਆਏ ਸੀਗੇ ਪਰਸੋਂ ਵੀ ਇੱਥੇ ਆਏ ਸੀਗੇ ਸੋ ਇਹੋ ਜਿਹੀ ਕੋਈ ਗੱਲ ਹੈ ਨਹੀਂ ਕਿ ਉਹਨਾਂ ਨੂੰ ਕਿਤੇ ਨਹੀਂ ਇਹ ਗੱਲ ਕਹੀ ਕਿ ਵੀ ਆਪਣੀ ਪਾਰਟੀ ਦਾ ਸੰਵਿਧਾਨ ਹੈ ਇਹ ਜਾਂ ਕੁਝ ਹੋਰ ਹੈ ਇਹ ਗੱਲ ਰਖੜਾ ਸਾਹਿਬ ਚੰਨੀ ਦੀ ਕਾਰਗੁਜ਼ਾਰੀ ਨੂੰ ਹੁਣ ਤੱਕ ਕਿੱਦਾਂ ਦੇਖਦੇ ਹੋ ਤੁਸੀਂ ਕਿੱਦਾਂ ਚੱਲ ਰਹੀ ਹੈ ਸਰਕਾਰ ਦੀ ਕਾਂਗਰਸ ਦੀ ਦੇਖੋ ਇਹ ਕੰਮ ਬਹੁਤ ਸੌਖਾ ਹੈ ਜੋ ਚੰਨੀ ਜੀ ਕਰ ਰਹੇ ਨੇ ਬਹੁਤ ਸੌਖਾ ਕੰਮ ਹੈ ਸਭ ਤੋਂ ਪਹਿਲੀ ਅਨਾਉਂਸਮੈਂਟ ਉਹਨਾਂ ਨੇ ਬਿਜਲੀ ਦੇ ਬਿੱਲਾਂ ਦੀ ਕੀਤੀ ਸੀ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਤੇ ਉਸ ਬਿਜਲੀ ਦੀ ਬਿੱਲਾਂ ਅਨਾਉਂਸਮੈਂਟ ਤਾਂ ਕਰਤੀ ਜਾਂ ਤਾਂ ਉਹ ਕਹਿੰਦੇ ਸੀ 1200 ਕਰੋੜ ਰੁਪਏ ਦੇਣਾ ਸੀ ਉਹ 1200 ਕਰੋੜ ਰੁਪਏ ਬਿਜਲੀ ਬੋਰਡ ਨੂੰ ਦਿੰਦੇ ਵੀ ਲਓ ਜੀ ਸਾਡੀ ਸਰਕਾਰ 1200 ਕਰੋੜ ਰੁਪਏ ਬਿਜਲੀ ਬੋਰਡ ਨੂੰ ਦਿੱਤੀ ਹੈ ਅਸੀਂ ਆ ਇਹਨਾਂ ਨੂੰ ਦਿੱਤਾ ਇਹ ਤਾਂ ਇੱਕ ਰੂਟੀਨ ਵਰਕ ਹੀ ਹੈ ਇਹ ਕਹਿ ਦੇਣਾ ਜੋ ਜਿੰਨੇ ਅਨਾਉਂਸਮੈਂਟਸ ਕੀਤੀਆਂ ਨੇ ਉਹਨਾਂ ਨੇ ਉਹ ਦੱਸਣ ਆ 6 ਵਿੱਤ ਕਮਿਸ਼ਨ ਦੀ ਗੱਲ ਹੋਈ ਹੈ ਕੌਣ ਦਊਗਾ ਅਗਲੀ ਸਰਕਾਰ ਦਊਗੀ ਉਹ ਹਰ ਗੱਲ ਨੂੰ ਅਗਲੀ ਸਰਕਾਰ ਤੇ ਲੈ ਕੇ ਜਾਂਦੇ ਨੇ ਕਿ ਜੋ ਕੁਝ ਵੀ ਮੈਂ ਅਨਾਉਂਸ ਕਰ ਰਿਹਾ ਜੋ ਅਗਲੀ ਸਰਕਾਰ ਬਣੂਗੀ ਉਹ ਦੇਊਗੀ ਆਪ ਮੈਨੂੰ ਦੱਸਦੇ ਵੀ ਇੱਕ ਵੀ ਕੰਮ ਇਹੋ ਜਿਹਾ ਹੋਵੇ ਸਰਕਾਰ ਨੇ ਵਾਅਦਾ ਕੀਤਾ ਸੀ ਕਿ 51000 ਰੁਪਏ ਸਗਨ ਦਊਗਾ ਕੀ ਉਹ ਦਿੱਤਾ ਕੀਤਾ ਇੱਕ ਕਿੱਲੀ ਚੀਜ਼ ਕਰੋ ਮੇਰੀ ਇੱਕ ਤੁਹਾਨੂੰ ਬੇਨਤੀ ਕਰਦਾ ਆਮ ਤੌਰ ਤੇ ਗੱਲ ਚੱਲਦੀ ਹੈ ਕਿ ਸਰਕਾਰਾਂ ਵਾਅਦੇ ਕਰ ਲੈਂਦੇ ਪੂਰੇ ਨਹੀਂ ਕਰਦੇ ਸਾਹ ਪ੍ਰਕਾਸ਼ ਸਿੰਘ ਬਾਦਲ ਨੇ 97 ਦੀ ਇਲੈਕਸ਼ਨ ਤੋਂ ਪਹਿਲਾਂ ਅਨਾਉਂਸ ਕੀਤਾ ਕਿ ਜੇ ਮੇਰੀ ਸਰਕਾਰ ਬਣੀ ਮੈਂ ਟਿਊਬਵੈੱਲਾਂ ਦੇ ਬਿੱਲ ਮਾਫ ਕਰੂੰਗਾ ਐਸਸੀ ਭਾਈਚਾਰਾ ਦਾ 200 ਯੂਨਿਟ ਮਾਫ ਕਰੂੰਗਾ ਮੈਂ 5500 ਰੁਪਇਆ ਸਗਨ ਦਿਆ ਕਰੂੰਗਾ ਲੋਕਾਂ ਨੇ ਬੜਾ ਕ੍ਰਿਟਿਸਾਈਜ਼ ਕੀਤਾ ਸੀ ਉਦੋਂ ਤੁਹਾਨੂੰ ਯਾਦ ਹੋਣਾ ਪ੍ਰੈਸ ਨੂੰ ਵੱਧ ਮੇਰੇ ਨਾਲ ਪਤਾ ਹੈ ਕਿੰਨਾ ਕ੍ਰਿਟਿਸਾਈਜ਼ ਹੋਇਆ ਸੀ ਪਹਿਲੀ ਕੈਬਨਿਟ ਦੀ ਮੀਟਿੰਗ ਹੋਈ ਤਿੰਨੇ ਫੈਸਲੇ ਲਾਗੂ ਕੀਤੇ ਕੈਪਟਨ ਸਾਹਿਬ ਨੇ ਸੌਹਾਂ ਖਾ ਕੇ ਵਾਅਦੇ ਕੀਤੇ ਕਿ ਘਰ ਘਰ ਤੁਹਾਡੇ ਪ੍ਰੈਸ ਸਾਹਿਬ ਨੂੰ ਸਾਰਿਆਂ ਨੂੰ ਨੌਕਰੀ ਮਿਲੀ ਹੈ ਸਾਡੇ ਬੰਦੇ ਛੱਡ ਦਿਓ ਕਿ ਪ੍ਰੈਸ ਸਾਹਿਬ ਨੂੰ ਸਾਰਿਆਂ ਨੂੰ ਨੌਕਰੀ ਘਰ ਮਿਲੀ ਹੈ ਕੀ ਕਰਜ਼ਾ ਸਾਰਾ ਮਾਫ ਹੋਇਆ ਬੇਰੁਜ਼ਗਾਰ ਭੱਤਾ ਮਿਲਿਆ ਇੱਕ ਚੀਜ਼ ਦੱਸ ਦਿਓ ਜਿਹੜੀ ਇਹਨਾਂ ਨੇ ਕੀਤੀ ਹੋਵੇ ਇੱਕ ਵੀ ਚੀਜ਼ ਜਿਹੜੀਆਂ ਯਾਦਗਾਰਾਂ ਜਿੱਥੇ ਛੱਡ ਗਏ ਸੀ ਉੱਥੇ ਖੜੀਆਂ ਕਰਤੀਆਂ ਦੇਖੋ ਜਿੱਥੇ ਸਰਕਾਰ ਚਲਾਉਂਦੇ ਆ ਆਪਾਂ ਉੱਥੇ ਕਈ ਮੋਰਲੀ ਰਿਸਪੌਂਸਿਬਿਲਿਟੀਜ਼ ਵੀ ਹੁੰਦੀਆਂ ਨੇ ਕਿੰਨੀਆਂ ਸੜਕਾਂ ਨਵੀਆਂ ਬਣੀਆਂ ਨੇ ਮੈਨੂੰ ਦੱਸ ਦਿਓ ਉਦੋਂ ਬਾਅਦ ਦੇ ਵਿੱਚ ਆਪਾਂ ਸਾਰੇ ਜਾਣੇ ਪਟਿਆਲੇ ਦੇ ਰਹਿਣ ਵਾਲੇ ਹਾਂ ਆਪਾਂ ਆ ਬਠਿੰਡਾ ਜੀਰਕਪੁਰ ਸੜਕ ਤੇ ਚੜ੍ਹਦੇ ਸੀ ਤਾਪ ਚੜ੍ਹ ਜਾਂਦਾ ਸੀ ਅੱਜ ਛਾਲ ਮਾਰ ਜਾਣ ਕਿਤੇ ਸ਼ਹਿਰ ਦਾ ਪਤਾ ਵੀ ਲੱਗਦਾ ਹੈ ਨਹੀਂ ਕਿ ਕਿੱਥੇ ਸੰਗਰੂਰ ਆਇਆ ਕਿੱਥੇ ਬਰਨਾਲਾ ਆਇਆ ਕਿੱਥੇ ਰਾਮਪੁਰਾ ਫੂਲ ਆਇਆ ਕਿੱਥੇ ਬਨੂੜ ਆਇਆ ਤੇ ਸਾਰੇ ਆਪਾਂ ਪਤਾ ਵੀ ਨਹੀਂ ਲੱਗਦਾ ਸ਼ਹਿਰ ਕਿੱਥੇ ਆਇਆ ਕਿੱਥੇ ਨਹੀਂ ਆਉਂਦਾ ਤੁਹਾਡੇ ਨਾਲ ਜਿਹੜੇ ਕੰਪੀਟੀਸ਼ਨ 'ਚ ਕਿਹਨੂੰ ਮੰਨਦੇ ਹੋ ਕਿਉਂਕਿ ਕਾਂਗਰਸ ਵੀ ਲੜ ਰਹੀ ਹੈ ਅਕਾਲੀ ਦਲ ਹੈਗਾ ਨਾਲ ਆਪ ਪਾਰਟੀ ਹੈਗੀ ਨਾਲ ਇੱਕ ਕੈਪਟਨ ਸਾਹਿਬ ਦੀ ਵੀ ਆ ਗਈ ਹੈ ਕੰਪੀਟੀਸ਼ਨ ਦੀ ਕੋਈ ਨਹੀਂ ਕੰਪੀਟੀਸ਼ਨ ਦੀ ਕਿਹਦੇ ਨਾਲ ਤੁਸੀਂ ਕੰਪੀਟੀਸ਼ਨ ਦੇਖੋ ਕਰਨਾ ਗੁਰੂ ਮਹਾਰਾਜ ਨੇ ਪਰਮਾਤਮਾ ਨੇ ਕਰਨਾ ਪਰ ਜੇ ਅੱਜ ਦੇਖੀਏ ਕੰਮਾਂ ਦੇ ਲਿਹਾਜ਼ ਨਾਲ ਦੇਖ ਲਈਏ ਤਾਂ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦਾ ਕਿਸੇ ਨਾਲ ਕੋਈ ਮੁਕਾਬਲਾ ਹੈ ਹੀ ਨਹੀਂ ਇਹ ਦੋਏ ਪਾਰਟੀਆਂ ਕੱਲੀ ਇਲੈਕਸ਼ਨ ਲੜਨ ਜੋਗੀਆਂ ਨੇ ਹੁਣ ਤਾਂ ਦੋਏ ਇਕੱਠੀਆਂ ਹੋਈਆਂ ਨੇ ਹੁਣ ਤਾਂ ਕੋਈ ਮੁਕਾਬਲਾ ਹੈ ਹੀ ਨਹੀਂ
ਸੋ ਬਹੁਜਨ ਸਮਾਜ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡਾ ਆਪਸ ਵਿੱਚ ਅਲਾਇੰਸ ਦਾ ਬਹੁਤ ਵੱਡਾ ਫਾਇਦਾ ਹੋਇਆ। ਦੋਵੇਂ ਪਾਰਟੀਆਂ ਤਕੜੀਆਂ ਹੋਈਆਂ ਨੇ ਇਹਦੇ ਨਾਲ। ਔਰ ਸਾਡੇ ਬਹੁਜਨ ਸਮਾਜ ਪਾਰਟੀ ਦੇ ਇੰਨੇ ਵਰਕਰ ਤਕੜੇ ਨੇ, ਇੰਨੇ ਦਿਨ ਰਾਤ ਲੱਗੇ ਹੋਏ ਨੇ। ਪਹਿਲੀ ਵਾਰੀ ਹੈ ਕਿ ਦੋਹਾਂ ਪਾਰਟੀਆਂ ਦੇ ਕੈਂਡੀਡੇਟ ਤੇ ਵਰਕਰ ਇਕਸਾਰ ਦੇ ਨੇ, ਦੋਵੇਂ ਇਕੱਠੇ ਹੋ ਕੇ ਚੱਲਦੇ ਨੇ। ਇਹ ਬਹੁਤ ਬੜਾ ਫਰਕ ਹੈ। ਡਾਕਟਰ ਸਾਹਿਬ, ਤੁਹਾਡੇ ਚਾਰੇ ਹਲਕਿਆਂ ਦੇ ਵਿੱਚ ਬੀਜੇਪੀ ਨੇ ਵੀ ਇਲੈਕਸ਼ਨ ਲੜਨਾ, ਆਪਣੇ ਕੈਂਡੀਡੇਟ ਉਤਾਰਨਗੇ ਤੁਹਾਡੇ ਮੁਕਾਬਲੇ ਦੇ ਵਿੱਚ। ਇਹਨਾਂ ਚਾਰੇ ਹਲਕਿਆਂ ਦੇ ਵਿੱਚ ਤੁਸੀਂ ਕਿਵੇਂ ਮੰਨਦੇ ਹੋ ਬੀਜੇਪੀ ਦੇ ਉਮੀਦਵਾਰਾਂ ਨੂੰ ਭੇਜੋ? ਬਹੁਤ ਖੁਸ਼ੀ ਦੀ ਗੱਲ ਹੈ, ਇਸ ਦਾ ਵੈਲਕਮ ਕਰਦੇ ਹਾਂ। ਦੇਖੋ, ਇਕੱਲੀ ਬੀਜੇਪੀ ਤਾਂ ਨਹੀਂ ਜਾ ਰਹੀ, ਕੈਪਟਨ ਸਾਹਿਬ ਵੀ ਉਤਾਰਨਗੇ, ਹੋਰ ਵੀ ਕਿੰਨੀਆਂ ਪਾਰਟੀਆਂ ਨੇ। ਤੁਸੀਂ ਦੇਖੋ ਪਾਰਟੀਆਂ ਕਿੰਨੀਆਂ ਕੁ ਆਉਂਦੀਆਂ ਨੇ, ਸਾਰੀਆਂ ਉਤਾਰਨਗੀਆਂ। ਸਾਡੀ ਡਿਊਟੀ ਬਣਦੀ ਹੈ, ਅਸੀਂ ਆਪਣੇ ਕੰਮਾਂ ਦੀ ਗੱਲ ਕਰੀਏ, ਆਪਣੀ ਦਿਆਨਦਾਰੀ ਦੀ ਗੱਲ ਕਰੀਏ, ਆਪਣੀ ਇਮਾਨਦਾਰੀ ਦੀ ਗੱਲ ਕਰੀਏ, ਉਹ ਤਾਂ ਲੈ ਕੇ ਅਸੀਂ ਲੋਕਾਂ ਕੋਲ ਜਾਣਾ। ਸਰ, ਇੱਕ ਚੰਡੂਨੀ ਸਾਹਿਬ ਨੇ ਪਾਰਟੀ ਬਣਾਈ ਹੈਗੀ ਆ, ਉਹਦੇ ਵਿੱਚ ਕਿਹਾ ਹੈਗਾ ਕਿ ਕਿਸਾਨ ਪੱਖ ਦੇ ਵਿੱਚ ਜਿਹੜੇ ਕਿਸਾਨਾਂ ਦੀ ਆਵਾਜ਼ ਸੁਣਨ ਲਈ ਕਿਸਾਨ ਪਾਰਟੀ ਬਣਾਈ ਹੈਗੀ ਹੈ ਜੀ, ਤੇ ਉਹ ਵੀ ਕਹਿ ਰਹੇ ਕਿ ਅਸੀਂ ਕਿਸਾਨ ਕੈਂਡੀਡੇਟ ਖੜੇ ਕਰਾਂਗੇ। ਉਹਨੂੰ ਤੁਸੀਂ ਕਿਵੇਂ ਸਮਝਦੇ ਜੀ? ਦੇਖੋ, ਅਸੀਂ ਤਾਂ ਸਾਰਿਆਂ ਨੂੰ ਵੈਲਕਮ ਕਰਦੇ ਹਾਂ। ਅਸੀਂ ਸਾਰੇ ਕਿਸਾਨ ਹਾਂ, ਅਸੀਂ ਵੀ ਸਾਰੇ ਕਿਸਾਨ ਹੀ ਹਾਂ। ਅਸੀਂ ਸਾਰੇ ਇਕੱਠੇ ਆ, ਉੱਥੇ ਸੇਵਾ ਵੀ ਇਕੱਠੇ ਕਰ ਰਹੇ ਹਾਂ, ਇਕੱਠੇ ਲੱਗੇ ਹੋਏ ਆ। ਤੇ ਇਹਦੇ 'ਚ ਮੈਂ ਤਾਂ ਪਹਿਲਾਂ ਬੇਨਤੀ ਕਰੀ ਹੈ ਵੀ ਅੱਜ ਸਾਡੇ ਸਾਰਿਆਂ ਲਈ, ਖਾਸ ਕਰਕੇ ਜ਼ਿਲ੍ਹਾ ਪਟਿਆਲਾ, ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਬਹੁਤ ਹੀ ਸੁਭਾਗਾ ਦਿਹਾੜਾ ਹੈ, ਜਦੋਂ ਇੱਕ ਐਸੀ ਪਤਝੜ ਵਾਲੀ ਰੁੱਤ ਜਿਹੜੀ ਉਹ ਬਦਲ ਰਹੀ ਹੈ ਤੇ ਮੁੜ ਕੇ ਇੱਕ ਵਧੀਆ ਰੁੱਤ, ਸੁਹਾਵਣੀ ਰੁੱਤ ਬਾਹਰ ਉਤਾਰ ਰਹੀ ਹੈ। ਸਾਡੇ ਤਿੰਨ ਨੌਜਵਾਨ, ਸਰਦਾਰ ਜਸਪਾਲ ਸਿੰਘ ਜੀ ਚਿੱਠਾ, ਸਰ ਗੁਰਪ੍ਰੀਤ ਸਿੰਘ ਜੀ ਰਾਜੂ ਖੰਨਾ ਔਰ ਬੇਟਾ ਹਰਪਾਲ ਜਨੇਜਾ ਜੀ, ਇਹ ਤਿੰਨੇ ਨੌਜਵਾਨ ਬੱਚੇ ਜਿਨ੍ਹਾਂ ਦੀ ਹਿੱਕ ਵਿੱਚ ਪੰਜਾਬ ਦੇ ਪ੍ਰਤੀ ਪੂਰਾ ਦਰਦ ਹੈ, ਪੂਰੀ ਹਮਦਰਦੀ ਹੈ, ਕੁਛ ਕਰ ਸਕਣ ਦੀ ਇਹਨਾਂ ਦੇ ਅੰਦਰ ਇੱਛਾ ਹੈ, ਔਰ ਕਿਰਪਾ ਹੈ ਕਾਰਪੁਰਸ਼ ਦੇ ਕਿ ਇਹਨਾਂ ਦੀਆਂ ਸਿਹਤਾਂ ਵੀ ਪੂਰੀਆਂ ਮਜ਼ਬੂਤ ਨੇ। ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ, ਸੋਚੇ ਸ਼੍ਰੋਮਣੀ ਅਕਾਲੀ ਦਲ ਨੇ, ਜਿੰਨੇ ਵੀ ਉਮੀਦਵਾਰ ਸੀਗੇ ਮੈਦਾਨ ਵਿੱਚ ਲੋਕਾਂ ਦੀ ਸੇਵਾ ਲਈ, ਪੰਜਾਬ ਦੀ ਸੇਵਾ ਲਈ, ਇਹ ਜੋ ਸਾਰੇ ਬੜੇ ਯੋਗ ਨੇ, ਹਰ ਪੱਖੋਂ ਯੋਗ ਨੇ, ਔਰ ਸਾਰੇ ਹੀ ਚਾਹੁੰਦੇ ਨੇ ਕਿ ਜਿਸ ਤਰ੍ਹਾਂ ਪਿਛਲੇ ਰਾਜ ਦੇ ਵਿੱਚ ਪੰਜਾਬ ਨੂੰ ਗਰਕੀ ਵਿੱਚ ਡੋਬਤਾ, ਉਸ ਗਰਕੀ ਵਿੱਚੋਂ ਕੱਢ ਕੇ ਪੰਜਾਬ ਨੂੰ ਇੱਕ ਨਵਾਂ ਜੀਵਨ ਪੰਜਾਬ ਨੂੰ ਦੇਈਏ, ਨਵੀਂ ਰੂਹ ਪੰਜਾਬ ਦੀ ਬਣਾਈਏ, ਔਰ ਪੰਜਾਬ ਨੂੰ ਹਿੰਦੁਸਤਾਨ ਦਾ ਇੱਕ ਸਭ ਤੋਂ ਅੱਵਲ ਸੂਬਾ ਬਣਾਈਏ, ਉਸ ਨਜ਼ਰੀਏ ਨਾਲ ਇਹ ਪਟਿਆਲਾ ਦਿਹਾਤੀ, ਆਪਾਂ ਗੱਲਾਂ ਕਰਦੇ ਵੀ ਹਾਂ, ਕਹਿੰਦੇ ਵੀ ਬਹੁਤ ਨੇ ਪਾਰਟੀਆਂ ਦਾ, ਪਰ ਪਹਿਲੀ ਵਾਰੀ ਹੋਇਆ। ਤੁਸੀਂ ਦੇਖ ਸਕਦੇ ਹੋ ਉਸ ਲਾਈਨ ਤੋਂ ਲੈ ਕੇ ਇਸ ਲਾਈਨ ਤੱਕ ਜਿਹੜਾ ਸਾਡੀ ਪਾਰਟੀ ਦੇ ਮੁੱਢ ਆ ਬੈਠੇ ਨੇ, ਤੇ ਤੁਸੀਂ ਟਿਕਟਾਂ ਦੀ ਜਿਹੜੀ ਵੰਡ ਆ ਉਹ ਇੱਕ ਵਰਕਰਾਂ ਨੂੰ ਦਿੱਤੀ ਗਈ ਹੈ। ਕੋਈ ਇਹ ਨਹੀਂ ਕਿ ਮੇਰੀ ਬੈਕਗਰਾਊਂਡ ਹੈ, ਰਾਜੂ ਬਾਈ ਦੀ ਬੈਕਗਰਾਊਂਡ ਹੈ, ਹਰਪਾਲ ਜੀ ਦੀ ਬੈਕਗਰਾਊਂਡ ਹੈ, ਕਿਸੇ ਦੀ ਕੋਈ ਬੈਕਗਰਾਊਂਡ ਨਹੀਂ, ਸਿਰਫ ਤੇ ਸਿਰਫ ਵਰਕਰ ਹੈ। ਤੇ ਮੈਂ ਜਿਹੜੀ ਮੈਨੂੰ ਟਿਕਟ ਦਿੱਤੀ ਗਈ ਆ ਪਾਰਟੀ ਨੇ, ਉਹ ਮੇਰੇ ਸਾਰੇ 27-28 ਕੌਂਸਲਰਾਂ ਨੂੰ ਔਰ ਮੇਰੀ ਵਾਰਡ ਦੇ ਪੂਰੇ ਹਲਕੇ ਦਿਹਾਤੀ ਦੇ ਉਹਨਾਂ ਨੂੰ ਕਹਿ ਕੇ ਉੱਥੇ ਬੁਲਾ ਕੇ ਟਿਕਟ ਦਿੱਤੀ ਗਈ ਆ। ਰਖੜਾ ਸਾਹਿਬ, ਡੂੰਗਰ ਸਾਹਿਬ, ਰਾਜੂ ਜੀ, ਸਾਰੇ ਜਾਣੇ ਬਹੁਜਨ ਸਮਾਜ ਦੀ ਪੂਰੀ ਸਲਾਹ ਕਰਕੇ। ਔਰ ਮੈਂ ਤੁਹਾਨੂੰ ਵਾਅਦਾ ਕਰਦਾ, ਕਈ ਵਾਰੀ ਬੰਦਾ ਅਗਲਾ ਕਹਿ ਦਿੰਦਾ ਜੀ ਅਸੀਂ ਰੋਮ 'ਚ ਲੋਕਾਂ 'ਚ ਵਸੇ ਹੋਏ ਹਾਂ, 25 ਸਾਲ ਹੋ ਗਏ, ਆਪਣੀ ਵਾਰਡ ਤੋਂ ਲੈ ਕੇ ਹਰ ਪਟਿਆਲੇ ਦੇ ਦੁੱਖ ਸੁੱਖ 'ਚ ਮੈਂ ਇੱਥੇ ਹਾਂ। ਔਰ ਮੈਂ ਪ੍ਰਮਾਤਮਾ ਤੋਂ ਆਸ਼ੀਰਵਾਦ ਮੰਗਦਾ ਅਤੇ ਮੇਰੇ ਇਹਨਾਂ ਬਜ਼ੁਰਗਾਂ ਤੋਂ ਕਿ ਇਹ ਜਿਹੜੀ ਸੀਟ ਹੈ, ਮੈਂ ਨਹੀਂ, ਮੇਰੇ ਸਾਥੀ ਕੌਂਸਲਰ, ਮੇਰੇ ਸਾਰੇ ਜਿੰਨੇ ਵੀ ਵਰਕਰ ਨੇ, ਸਾਰੇ ਅਸੀਂ ਇਹ ਜਿੱਤ ਕੇ ਦੇਵਾਂਗੇ। ਤੁਸੀਂ ਥੋੜ੍ਹੇ ਦਿਨ 'ਚ ਰਿਜ਼ਲਟ ਦੇਖ ਲਓਗੇ, ਹਰ ਇੱਕ ਇਕੱਲਾ ਅਸੀਂ ਬਣ ਕੇ। ਅਤੇ ਮੈਂ ਧੰਨਵਾਦ ਕਰਦਾ ਮੇਰੀ ਸਾਰੇ ਪ੍ਰੈਸ ਭਾਈਚਾਰੇ ਦਾ। ਤੁਹਾਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਵੀ ਪਟਿਆਲੇ ਵਾਸੀ ਉਹਨਾਂ ਦੀ ਕਾਲ ਆ ਗਈ ਮੌਕੇ 'ਤੇ ਹੀ, ਉਹਨਾਂ ਨੇ ਜਿਹੜਾ ਹੈਗਾ ਮੈਨੂੰ ਕਾਲ ਕੀਤੀ, ਤੁਸੀਂ ਇੱਥੇ ਪਹੁੰਚੋ। ਟਿਕਟ ਦਾ ਜਦੋਂ ਐਲਾਨ ਹੋ ਗਿਆ ਉਸ ਟਾਈਮ ਫੰਕਸ਼ਨ ਕੇ ਹਰ ਬੰਦੇ ਦਾ ਅਧਿਕਾਰ ਹੈ, ਬਰਾਬਰ ਦੇ ਕੌਂਸਲਰ ਨੇ, ਸਭ ਦਾ ਅਧਿਕਾਰ ਹੈ। ਅਸੀਂ ਖੱਟੜਾ ਸਾਹਿਬ ਕੋਲ, ਕੌੜਾ ਸਾਹਿਬ ਕੋਲ, ਬਜਾਜ ਸਾਹਿਬ ਕੋਲ, ਹਰ ਬੰਦੇ ਕੋਲ ਅਸੀਂ ਘਰ ਜਾਣਾ ਹੈ। ਜਨੇਜਾ ਜੀ ਬੈਠੇ ਨੇ, ਹਰ ਬਾਈ ਜੀ ਬੈਠੇ ਨੇ, ਨੌਜਵਾਨ ਹੈ। ਮੈਂ ਤਾਂ ਤੁਹਾਨੂੰ ਵੀ ਕਹਿਣਾ, ਇਹਨੂੰ ਵੀ ਗੱਲ ਨੂੰ ਦੱਸੋ ਜੀ। ਇੱਧਰ ਨਸੂਪੁਰ ਸਾਹਿਬ ਵੀ ਦਾਅਵੇਦਾਰ ਹੈਗਾ, ਕੱਲ੍ਹ ਐਵੇਂ ਮਾਰਦਾ ਮੈਂ ਮੇਰੇ ਬ੍ਰਦਰ ਦੀਪ ਸਿੰਘ ਨਸੂਪੁਰ, ਅਸੀਂ ਸਾਰੇ ਕਰਦੇ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਮਾਮਲੇ ਤੇ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਤੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਸਾਨੂੰ ਸਾਰੀ ਟੀਮ ਨੂੰ ਸ਼ਕਤੀ ਬਖਸ਼ੀ ਤੇ ਅਸੀਂ ਇਸੇ ਤਰ੍ਹਾਂ ਜਿਹੜੀ ਪਟਿਆਲਾ ਦਿਹਾਤੀ ਦੀ ਸੇਵਾ ਕਰੀਏ। ਜਿਹੜਾ ਤੁਸੀਂ ਪਟਿਆਲੇ ਦਿਹਾਤੀ ਦਾ ਹਾਲਾਤ ਹੈ, ਜੇ ਮੈਂ ਕਹਿਣ ਲੱਗ ਜਾਂ ਤੇ ਤੁਹਾਨੂੰ ਲੱਗੇਗਾ ਸ਼ਾਇਦ ਵੀ ਹੈਗਾ, ਤੁਸੀਂ ਆਪ ਹੀ ਨਜ਼ਰੀਆ ਕਰ ਲਿਓ।
ਤੇ ਆਪ ਹੀ ਦੇਖ ਲਿਓ। ਜੇ ਮੈਨੂੰ ਲੱਗਦਾ ਤੁਹਾਨੂੰ ਪ੍ਰੈਸ ਵਾਲੇ ਨੂੰ ਜਾਇਦਾ ਤੁਹਾਨੂੰ ਵੀ ਅਗਲਾ ਪੁੱਛ ਲੈਂਦਾ ਯਾਰ ਇਹਦੇ ਚੰਦੀ ਪਟਿਆਲੇ ਹੀ ਮਿਲਣੇ, ਚੰਡੀਗੜ੍ਹ ਕਿਉਂ ਆ ਗਏ? ਜੇ ਰਹਿੰਦੀ ਚੰਡੀਗੜ੍ਹ ਉਹ ਤੇ ਪ੍ਰੈਸ ਵਾਲੇ ਪਟਿਆਲੇ ਕਿੱਥੇ ਮਿਲਣਗੇ? ਵਿੱਚੋਂ ਹੱਸ ਰਹੇ ਹੋ, ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕੀ ਖੱਜਲ ਖੁਆਰੀ ਲੋਕਾਂ ਨਾਲ ਹੋਈ ਹੈ, ਜੇ ਜਿਨ੍ਹਾਂ ਦਾ ਸਤਿਕਾਰ ਕਰਨਾ ਉਹਨਾਂ ਦਾ ਜਿੱਦਾਂ ਨਹੀਂ ਪਿਛਲੀ ਵਾਰੀ ਕਾਂਗਰਸ ਜਿੱਤ ਗਈ ਸੀ, ਇਸ ਵਾਰੀ ਮੁਕਾਬਲਾ ਤੁਸੀਂ ਕਿੱਦਾਂ ਦੇਖਦੇ ਹੋ ਫਿਰ, ਜਿਵੇਂ ਯੂਥ ਨੂੰ ਫੇਰ ਲੈ ਕੇ ਅੱਗੇ ਆਂਦਾ ਪਾਰਟੀ? ਅਸੀਂ ਰਖੜਾ ਸਾਹਿਬ ਵਾਰੀ ਵੀ ਜਿੱਤੇ ਹਾਂ ਜੀ। ਹਾਂਜੀ, ਜੀ ਇੱਕ ਵਾਰੀ ਹਾਰ ਕੇ, ਪਰ ਅਸੀਂ ਰਖੜਾ ਸਾਹਿਬ ਵਾਰੀ ਜਿੱਤੇ ਹਾਂ ਤੇ ਹੁਣ ਫਿਰ ਜਿੱਤਾਂਗੇ। ਅਸੀਂ ਇਹੀ ਹਲਕਾ ਜਿੱਤੇ ਸੀ। ਸਾਡਾ ਪਟਿਆਲੇ ਦੀਆਂ ਸਾਰੀਆਂ ਵੋਟਾਂ, ਸ਼ਹਿਰ ਦੀਆਂ, ਪਿੰਡ ਦੀਆਂ, ਕੱਲਾ ਨਜ਼ਰੀਆ। ਇਹ ਕੋਈ ਬਿੱਟੂ ਚੱਠਾ ਕਿਸੇ ਮੰਤਰੀ ਦਾ ਮੁੰਡਾ ਨਹੀਂ, ਸਿਰਫ ਮੰਤਰੀ ਦਾ ਆਸ਼ੀਰਵਾਦ ਹੈ। ਪਹਿਲੀ ਵਾਰੀ ਇਤਿਹਾਸ 'ਚ ਹੋਇਆ ਕਿ ਆਪਣੇ ਕਿਸੇ ਵਰਕਰ ਨੂੰ ਟਿਕਟ ਦਿੱਤੀ ਹੋਵੇ। ਬਿੱਟੂ ਚੱਠੇ ਕੋਲ ਸਕੂਟਰ ਹੈ ਐਕਟਿਵਾ।